ਸਾਰੇ ਵਿਦਿਆਰਥੀਆਂ ਦਾ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਕਰਾਂਗੇ ਪੰਜਾਬੀ ਜਮਾਤ 6ਵੀਂ ਦੂਜੀ ਭਾਸ਼ਾ ਦਾ 16ਵਾਂ ਪਾਠ ਦਾ ਨਾਮ ਹੈ ਮਹਾਨ ਇਨਕਲਾਬੀ ਸੁਭਾਸ਼ ਚੰਦਰ ਬੋਸ। ਇਹ ਪਾਠ ਇੱਕ ਜੀਵਨੀ ਹੈ ਜਿਸ ਦੇ ਲੇਖਕ ਹਨ ਡਾਕਟਰ ਦੀਪਕ ਮਨਮੋਹਨ ਸਿੰਘ। ਦੋਸਤੋ ਪਹਿਲਾਂ ਅਸੀਂ ਇਸ ਪਾਠ ਨੂੰ ਪੜਾਂਗੇ ਤੇ ਉਸ ਤੋਂ ਬਾਅਦ ਇਸ ਪਾਠ ਦਾ ਪਾਠ ਅਭਿਆਸ ਹੱਲ ਕਰਾਂਗੇ। ਤੇ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ तो चैनल को सबसक्राइब जरूर करो ताकि नवीं वीडियोस आप सारे समय से प्राप्त हो सकन। आओ शुरू करते हैं पाठ महान इनकलाबी सुभाष चंद्र बोस। भारत के सुतंत्रता संग्राम विच जिन्हां सूरबीरां ने बेमिसाल योगदान पाया उन्हां विच नेताजी सुभाष चंद्र बोस का नाम भी एक चानन मुनारे की तरह रोशन है। सुभाष चंद्र बोस ਦਾ ਨਾਂ ਦੇਸ਼ ਭਗਤਾਂ ਦੀਆਂ ਆਉਂਦੀਆਂ ਪੀੜ੍ਹੀਆਂ ਲਈ ਹਿੰਮਤ, ਹੌਸਲੇ ਅਤੇ ਕੁਰਬਾਨੀ ਕਰਕੇ ਪ੍ਰੇਰਨਾ ਸਰੋਤ ਬਣਿਆ ਰਹੇਗਾ। ਭਾਰਤ ਦੇ ਇਸ ਮਹਾਨ ਸਪੂਤ ਦਾ ਜਨਮ ਉੜੀਸਾ ਪ੍ਰਦੇਸ਼ ਦੇ ਕਟਕ ਸ਼ਹਿਰ ਵਿੱਚ 23 ਜਨਵਰੀ 1897 ਨੂੰ ਹੋਇਆ। ਜਾਨਕੀ ਬੋਸ ਦੇ 14 ਬੱਚਿਆਂ ਵਿੱਚੋਂ ਸੁਭਾਸ਼ 6ਵਾਂ ਬੱਚਾ ਸੀ। ਆਪਣੇ ਪਿਤਰੀ ਨਗਰੀ ਕਟਕ ਵਿਖੇ ਹੀ ਸੁਭਾਸ਼ ਨੇ 10ਵੀਂ ਪਾਸ ਕੀਤੀ। ਅਧਿਆਪਕ ਦੇਨੀ ਮਾਧਵ ਦਾਸ ਦੇ ਜੀਵਨ ਦੀਆਂ ਉੱਤਮ ਨੈਤਿਕ ਕੀਮਤਾਂ ਦੀ ਚੰਗੇ ਸਦਾਚਾਰਿਕ ਜੀਵਨ ਗ੍ਰਹਿਣ ਕਰਨ ਦੇ ਉਪਦੇਸ਼ਾਂ ਨੇ ਸੁਭਾਸ਼ ਚੰਦਰ ਉੱਪਰ ਚੋਖਾ ਪ੍ਰਭਾਵ ਪਾਇਆ। ਤੇ ਸੁਭਾਸ਼ ਚੰਦਰ ਬੋਸ ਵਿੱਚ ਕਿਸਨੇ ਪ੍ਰਭਾਵ ਪਾਇਆ? ਉਹਨਾਂ ਦੇ ਅਧਿਆਪਕ ਦੇਨੀ ਮਾਧਵ ਦਾਸ ਨੇ। 10ਵੀਂ ਤੋਂ ਬਾਅਦ ਸੁਭਾਸ਼ ਚੰਦਰ ਪ੍ਰੈਜ਼ੀਡੈਂਸੀ ਕਾਲਜ ਕੋਲਕਾਤਾ ਵਿਖੇ ਦਾਖਲ ਹੋ ਗਿਆ। ਇੱਕ ਦਿਨ ਜਦ ਪ੍ਰੋਫੈਸਰ ਐਡਵਰਡ ਐਫ ਓਟਨ ਨੇ ਭਾਰਤੀ ਲੋਕਾਂ ਬਾਰੇ ਅਪਮਾਨਜਨਕ ਸ਼ਬਦ ਵਰਤੇ ਤਾਂ ਸੁਭਾਸ਼ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟ ਸੁੱਟਿਆ, ਜਿਸ ਕਰਕੇ ਉਸ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਪਰ ਅਗਲੇ ਹੀ ਸਾਲ 1917 ਈਸਵੀ ਵਿੱਚ ਦੁਬਾਰਾ ਦਾਖਲ ਕਰ ਲਿਆ ਗਿਆ। ਇਸ ਉਦਾਹਰਨ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਸੁਭਾਸ਼ ਚੰਦਰ ਅੰਦਰ ਅਣਖ ਅਤੇ ਦੇਸ਼ ਭਗਤੀ ਕਿਸ ਹੱਦ ਤੱਕ ਕੁੱਟ ਕੇ ਭਰੀ ਹੋਈ ਸੀ। ਸੁਭਾਸ਼ ਨੇ ਆਨਰਸ ਇਨ ਫਿਲਾਸਫੀ ਲੈ ਕੇ ਪਹਿਲੇ ਦਰਜੇ ਵਿੱਚ BA ਕੀਤੀ ਅਤੇ ਉਚੇਰੀ ਸਿੱਖਿਆ ਲਈ 1919 ਈਸਵੀ ਵਿੱਚ ਉਹ ਇੰਗਲੈਂਡ ਚਲਾ ਗਿਆ। ਉੱਥੇ ਪਹੁੰਚ ਕੇ 18 ਮਹੀਨਿਆਂ ਦੇ ਥੋੜ੍ਹੇ ਸਮੇਂ ਵਿੱਚ ਹੀ ਉਸਨੇ ਇੰਡੀਅਨ ਸਿਵਲ ਸਰਵਿਸਿਜ਼ ਦਾ ਇਮਤਿਹਾਨ ਪਾਸ ਕਰ ਲਿਆ ਅਤੇ ਸਫਲ ਉਮੀਦਵਾਰਾਂ ਵਿੱਚੋਂ ਚੌਥਾ ਸਥਾਨ ਪ੍ਰਾਪਤ ਕੀਤਾ। ਐਨੀ ਦਿਨੀ ਭਾਰਤ ਵਿਖੇ ਲੋਕਮਾਨਿਆ ਤਿਲਕ, ਮਹਾਤਮਾ ਗਾਂਧੀ ਅਤੇ ਦੇਸ਼ ਬੰਧੂ ਚਿਤਰੰਜਨ ਦਾਸ ਸੁਤੰਤਰਤਾ ਸੰਘਰਸ਼ ਦੀ ਪੂਰੇ ਜੋਸ਼ ਨਾਲ ਅਗਵਾਈ ਕਰ ਰਹੇ ਸਨ। ਸੁਭਾਸ਼ ਚੰਦਰ ਬੋਸ ਦੇ ਭਾਵਕ ਮਨ ਉੱਤੇ ਇਸ ਦਾ ਅਸਰ ਹੋਣਾ ਲਾਜ਼ਮੀ ਸੀ। ਇਸ ਲਈ ਉਸਨੇ ਸੁਤੰਤਰਤਾ ਸੰਘਰਸ਼ ਵਿੱਚ ਸ਼ਾਮਿਲ ਹੋਣ ਲਈ 1921 ਈਸਵੀ ਵਿੱਚ ਇੰਡੀਅਨ ਸਿਵਲ ਸਰਵਿਸਿਜ਼ ਵਿੱਚੋਂ ਹੀ ਤਿਆਗ ਪੱਤਰ ਦੇ ਦਿੱਤਾ ਅਤੇ ਭਾਰਤ ਵਾਪਸ ਆ ਕੇ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਹੋ ਗਿਆ। ਤੇ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਇੰਡੀਅਨ ਸਿਵਲ ਸਰਵਿਸਿਜ਼ ਵਿੱਚੋਂ ਤੇ ਭਾਰਤ ਆ ਕੇ ਸੁਤੰਤਰਤਾ ਸੰਗਰਾਮ ਵਿੱਚ ਸੁਭਾਸ਼ ਚੰਦਰ ਬੋਸ ਜੀ ਸ਼ਾਮਲ ਹੋ ਗਏ। ਸੁਭਾਸ਼ ਚੰਦਰ ਦੀਆਂ ਸਰਗਰਮੀਆਂ ਨੇ ਸੁਤੰਤਰਤਾ ਲਹਿਰ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਉਸ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰ ਦਿੱਤੀ। ਵੰਗਾਰ ਦਾ ਅਰਥ ਹੁੰਦਾ ਹੈ ਲਲਕਾਰ, ਚੁਣੌਤੀ ਜਾਂ ਚੈਲੰਜ, ਕਿ ਉਹ ਉਸ ਸਮੇਂ ਤੱਕ ਆਰਾਮ ਨਾਲ ਨਾ ਬੈਠਣ ਜਦ ਤੱਕ ਕਿ ਭਾਰਤ ਭੂਮੀ ਆਜ਼ਾਦ ਨਹੀਂ ਹੋ ਜਾਂਦੀ। ਆਪਣੀ ਤਿੱਖੀ ਸੂਝ ਤੇ ਦੂਰ ਅੰਦੇਸ਼ੀ ਸਦਕਾ ਉਹ ਕੋਲਕਾਤਾ ਕਾਰਪੋਰੇਸ਼ਨ ਵਿਖੇ 27 ਸਾਲ ਦੀ ਉਮਰ ਵਿੱਚ ਹੀ ਮੁੱਖ ਕਾਰਜਕਾਰੀ ਅਫਸਰ ਨਿਯੁਕਤ ਹੋਇਆ ਅਤੇ 1929 ਈਸਵੀ ਵਿੱਚ ਮਦਰਾਸ ਵਿੱਚ ਕਾਂਗਰਸ ਦੇ ਸੈਸ਼ਨ ਵਿਖੇ ਜਵਾਹਰ ਲਾਲ ਨਹਿਰੂ ਨਾਲ ਜਨਰਲ ਸਕੱਤਰ ਬਣ ਗਿਆ। ਐਸੇ ਹੀ ਸਾਲ ਕਾਂਗਰਸ ਨੇ ਅੰਗਰੇਜ਼ੀ ਰਾਜ ਤੋਂ ਸੰਪੂਰਨ ਆਜ਼ਾਦੀ ਪ੍ਰਾਪਤ ਕਰਨ ਨੂੰ ਆਪਣਾ ਮੁੱਖ ਟੀਚਾ ਮਿਥਿਆ। ਆਪਣੀ ਅਟੁੱਟ ਮਿਹਨਤ ਅਤੇ ਲਗਨ ਸਦਕਾ ਸੁਭਾਸ਼ ਚੰਦਰ ਬੜੀ ਤੇਜ਼ੀ ਨਾਲ ਨੌਜਵਾਨਾਂ ਦਾ ਹੀ ਨਹੀਂ ਬਲਕਿ ਆਮ ਲੋਕਾਂ ਦਾ ਵੀ ਨਾਇਕ ਬਣ ਗਿਆ।
2 ਵਾਰ ਉਹ ਕਾਂਗਰਸ ਦਾ ਪ੍ਰਧਾਨ ਵੀ ਚੁਣਿਆ ਗਿਆ। ਉਸ ਨੂੰ ਅਨੇਕਾਂ ਵਾਰ ਕੈਦ ਤਾਂ ਕੀਤਾ ਹੀ ਗਿਆ, ਪਰ ਜਿਸ ਹੁਸ਼ਿਆਰੀ ਨਾਲ ਉਹ ਆਪਣੇ ਜੱਦੀ ਘਰ 38 ਐਲਗਰਨ ਰੋਡ ਕੋਲਕਾਤਾ ਤੋਂ ਪੁਲਿਸ ਦੀ ਸਖਤ ਨਜ਼ਰਬੰਦੀ ਚੋਂ ਨਿਕਲ ਕੇ ਬਰਲਿਨ ਪਹੁੰਚਿਆ, ਉਹ ਆਪਣੇ ਆਪ ਵਿੱਚ ਇੱਕ ਬੜੀ ਦਿਲਚਸਪ ਘਟਨਾ ਹੈ। ਬਰਲਿਨ ਤੋਂ ਜਾਪਾਨੀ ਪਣਡੁੱਬੀ ਦੁਆਰਾ ਨੇਤਾ ਜੀ ਸਿੰਗਾਪੁਰ ਪਹੁੰਚੇ, ਜਿੱਥੇ ਉਹਨਾਂ ਨੇ ਜਨਰਲ ਮੋਹਨ ਸਿੰਘ ਦੁਆਰਾ ਸਥਾਪਿਤ ਇੰਡੀਅਨ ਨੈਸ਼ਨਲ ਆਰਮੀ ਨੂੰ ਆਜ਼ਾਦ ਹਿੰਦ ਫੌਜ ਦੇ ਨਾਂ ਨਾਲ ਮੁੜ ਜਥੇਬੰਦ ਕੀਤਾ। ਜਥੇਬੰਦ ਦਾ ਅਰਥ ਹੁੰਦਾ ਹੈ ਸੰਗਠਿਤ, ਮੁੜ ਸੰਗਠਿਤ ਕੀਤਾ। ਅਤੇ 21 ਅਕਤੂਬਰ 1943 ਈਸਵੀ ਨੂੰ ਆਜ਼ਾਦ ਹਿੰਦ ਦੀ ਆਰਜ਼ੀ ਸਰਕਾਰ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ। ਆਜ਼ਾਦ ਹਿੰਦ ਫੌਜ ਦਾ ਉਦੇਸ਼ ਜਾਪਾਨੀਆਂ ਨਾਲ ਰਲ ਕੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣਾ ਸੀ, ਪਰ ਜਾਪਾਨ ਦੀ ਹਾਰ ਕਾਰਨ ਇਹ ਯੋਜਨਾ ਸਿਰੇ ਨਾ ਚੜ੍ਹ ਸਕੀ ਅਤੇ ਨੇਤਾ ਜੀ ਨੂੰ ਆਪਣੇ ਬਚਾਅ ਲਈ ਫਾਰਮੂਸਾ ਜਾਣਾ ਪਿਆ, ਜਿੱਥੇ ਤਾਈਹੋਕੂ ਹਵਾਈ ਅੱਡੇ 'ਤੇ ਹਵਾਈ ਜਹਾਜ਼ ਦੇ ਉਡਾਨ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗ ਜਾਣ ਕਾਰਨ ਨੇਤਾ ਜੀ 18 ਅਗਸਤ 1945 ਨੂੰ ਪਰਲੋਕ ਗਮਨ ਕਰ ਗਏ। ਤੇ ਕੀ ਹੋਇਆ ਸੀਗਾ ਕਿ ਤਾਈਹੋਕੂ ਹਵਾਈ ਅੱਡੇ 'ਤੇ ਹਵਾਈ ਜਹਾਜ਼ ਤੋਂ ਉਡਾਨ ਭਰ ਰਹੇ ਸੀਗੇ, ਪਰ ਜਹਾਜ਼ ਨੂੰ ਅੱਗ ਲੱਗੀ, ਜਿਸ ਕਾਰਨ ਨੇਤਾ ਜੀ 18 ਅਗਸਤ 1945 ਨੂੰ ਪਰਲੋਕ ਗਮਨ ਕਰ ਗਏ। ਭਾਵੇਂ ਨੇਤਾ ਜੀ ਭਾਰਤ ਨੂੰ ਸੁਤੰਤਰ ਨਾ ਦੇਖ ਸਕੇ, ਪਰ ਜਿਹੜੀ ਦਲੇਰੀ, ਕੁਰਬਾਨੀ, ਜੋਸ਼ ਅਤੇ ਜਾਗਰਤੀ ਦੀ ਜਵਾਲਾ ਉਹਨਾਂ ਭਾਰਤੀ ਲੋਕਾਂ ਅੰਦਰ ਰੌਸ਼ਨ ਕੀਤੀ, ਉਹ ਇੱਕ ਮਹਾਨ ਪ੍ਰਾਪਤੀ ਸੀ। ਕੋਲਕਾਤਾ ਵਿੱਚ ਨੇਤਾ ਜੀ ਦੇ ਜੱਦੀ ਘਰ ਨੂੰ ਨੇਤਾ ਜੀ ਰਿਸਰਚ ਇੰਸਟੀਚਿਊਟ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਇੱਥੇ ਉਹਨਾਂ ਵੱਲੋਂ ਵਰਤੀ ਗਈ ਹਰ ਛੋਟੀ ਚੀਜ਼ ਬੜੀ ਚੰਗੀ ਤਰ੍ਹਾਂ ਸੰਭਾਲ ਕੇ ਰੱਖੀ ਗਈ ਹੈ। ਤੇ ਦੋਸਤੋ, ਇਹ ਸੀਗੀ ਜੀਵਨੀ ਮਹਾਨ ਇਨਕਲਾਬੀ ਸੁਭਾਸ਼ ਚੰਦਰ ਬੋਸ ਜੀ ਦੀ। ਆਓ ਹੁਣ ਅਸੀਂ ਇਸ ਪਾਠ ਦਾ ਅਭਿਆਸ ਹੱਲ ਕਰਦੇ ਹਾਂ। ਸਭ ਤੋਂ ਪਹਿਲਾਂ ਹਨ ਬਹੁ ਵਿਕਲਪੀ ਪ੍ਰਸ਼ਨ। ਸੁਭਾਸ਼ ਚੰਦਰ ਬੋਸ ਦਾ ਜਨਮ ਕਿਸ ਪ੍ਰਾਂਤ ਵਿੱਚ ਹੋਇਆ? ਪੰਜਾਬ ਵਿੱਚ, ਕੇਰਲ ਵਿੱਚ ਜਾਂ ਉੜੀਸਾ ਵਿੱਚ? ਤੇ ਇਸ ਦਾ ਉੱਤਰ ਹੈ ਉੜੀਸਾ ਵਿੱਚ। ਕਿਸ ਦਾ ਪ੍ਰਭਾਵ ਸੁਭਾਸ਼ ਚੰਦਰ ਬੋਸ ਦੀ ਜ਼ਿੰਦਗੀ ਤੇ ਚੋਖਾ ਪਿਆ? ਭਗਤ ਸਿੰਘ ਦਾ, ਅਧਿਆਪਕ ਬੇਨੀ ਮਾਧਵ ਦਾਸ ਦਾ ਜਾਂ ਕਰਤਾਰ ਸਿੰਘ ਸਰਾਭਾ ਜੀ ਦਾ? ਤੇ ਇਸ ਦਾ ਉੱਤਰ ਹੈ ਅਧਿਆਪਕ ਬੇਨੀ ਮਾਧਵ ਦਾਸ ਦਾ। ਸੁਭਾਸ਼ ਚੰਦਰ ਬੋਸ ਕਿੰਨੀ ਵਾਰ ਕਾਂਗਰਸ ਦੇ ਪ੍ਰਧਾਨ ਚੁਣੇ ਗਏ? 1 ਵਾਰ, 3 ਵਾਰ ਜਾਂ 2 ਵਾਰ? ਅਤੇ ਇਸ ਦਾ ਉੱਤਰ ਹੈ 2 ਵਾਰ। ਅਗਲਾ ਪ੍ਰਸ਼ਨ ਹੈ, ਸੁਭਾਸ਼ ਚੰਦਰ ਬੋਸ ਨੇ ਇੰਡੀਅਨ ਨੈਸ਼ਨਲ ਆਰਮੀ ਨੂੰ ਕਿਸ ਨਾਂ ਥੱਲੇ ਮੁੜ ਜਥੇਬੰਦ ਕੀਤਾ? ਹਿੰਦ ਫੌਜ, ਆਜ਼ਾਦ ਫੌਜ ਜਾਂ ਆਜ਼ਾਦ ਹਿੰਦ ਫੌਜ? ਤੇ ਇਸ ਦਾ ਉੱਤਰ ਹੈ ਆਜ਼ਾਦ ਹਿੰਦ ਫੌਜ। ਅਗਲਾ ਪ੍ਰਸ਼ਨ ਹੈ, ਸੁਭਾਸ਼ ਚੰਦਰ ਬੋਸ ਜੀ ਪਰਲੋਕ ਗਮਨ ਕਿਵੇਂ ਕਰ ਗਏ? ਕੁਦਰਤੀ ਮੌਤ, ਫਾਂਸੀ ਚੜਾਉਣ ਨਾਲ ਜਾਂ ਜਹਾਜ਼ ਨੂੰ ਅੱਗ ਲੱਗ ਜਾਣ ਕਾਰਨ? ਤੇ ਇਸ ਦਾ ਉੱਤਰ ਹੈ ਜਹਾਜ਼ ਨੂੰ ਅੱਗ ਲੱਗ ਜਾਣ ਕਾਰਨ। ਹੁਣ ਅਸੀਂ ਕਰਾਂਗੇ ਹੇਠ ਲਿਖੇ ਪ੍ਰਸ਼ਨਾਂ ਦੇ 2-3 ਸਤਰਾਂ ਵਿੱਚ ਉੱਤਰ ਦਿਓ। ਸੁਭਾਸ਼ ਚੰਦਰ ਬੋਸ ਦਾ ਜਨਮ ਕਦੋਂ ਹੋਇਆ? ਤੇ ਇਸ ਦਾ ਉੱਤਰ ਹੈ ਸੁਭਾਸ਼ ਚੰਦਰ ਬੋਸ ਦਾ ਜਨਮ ਉੜੀਸਾ ਦੇ ਕਟਕ ਸ਼ਹਿਰ ਵਿੱਚ 23 ਜਨਵਰੀ 1897 ਨੂੰ ਹੋਇਆ। ਸੁਭਾਸ਼ ਚੰਦਰ ਬੋਸ ਅੰਦਰ ਅਣਖ ਤੇ ਦੇਸ਼ ਭਗਤੀ ਦੀ ਭਾਵਨਾ ਕਿਵੇਂ ਭਰੀ ਹੋਈ ਸੀ? ਆਪਣੇ ਸ਼ਬਦਾਂ ਵਿੱਚ ਲਿਖੋ। ਤੇ ਇਸ ਦਾ ਉੱਤਰ ਹੈ, ਇੱਕ ਦਿਨ ਜਦ ਪ੍ਰੋਫੈਸਰ ਐਡਵਰਡ ਐਫ ਓਟਨ ਨੇ ਭਾਰਤੀ ਲੋਕਾਂ ਬਾਰੇ ਬੜੇ ਅਪਮਾਨਜਨਕ ਸ਼ਬਦ ਵਰਤੇ ਤਾਂ ਸੁਭਾਸ਼ ਚੰਦਰ ਬੋਸ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟ ਸੁੱਟਿਆ। ਇਸ ਉਦਾਹਰਨ ਤੋਂ ਪਤਾ ਲੱਗਦਾ ਹੈ ਕਿ ਸੁਭਾਸ਼ ਚੰਦਰ ਬੋਸ ਅੰਦਰ ਅਣਖ ਅਤੇ ਦੇਸ਼ ਭਗਤੀ ਦੀ ਭਾਵਨਾ ਭਰੀ ਹੋਈ ਸੀ। ਸੁਭਾਸ਼ ਚੰਦਰ ਬੋਸ ਨੇ ਸੁਤੰਤਰਤਾ ਲਹਿਰ ਵਿੱਚ ਇੱਕ ਨਵੀਂ ਰੂਹ ਕਿਵੇਂ ਫੂਕੀ? ਸੁਭਾਸ਼ ਚੰਦਰ ਬੋਸ ਨੇ ਸੁਤੰਤਰਤਾ ਸੰਘਰਸ਼ ਵਿੱਚ ਸ਼ਾਮਲ ਹੋਣ ਲਈ 1921 ਈਸਵੀ ਵਿੱਚ
ਇੰਡੀਅਨ ਸਿਵਲ ਸਰਵਿਸਿਜ਼ ਵਿੱਚੋਂ ਤਿਆਗ ਪੱਤਰ ਦੇ ਦਿੱਤਾ ਅਤੇ ਭਾਰਤ ਵਾਪਸ ਆ ਕੇ ਸੁਤੰਤਰਤਾ ਸੰਗਰਾਮ ਵਿੱਚ ਸ਼ਾਮਲ ਹੋ ਗਿਆ। ਸੁਭਾਸ਼ ਚੰਦਰ ਦੀਆਂ ਸਰਗਰਮੀਆਂ ਨੇ ਸੁਤੰਤਰਤਾ ਲਹਿਰ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਉਸ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰ ਦਿੱਤੀ ਕਿ ਉਹ ਉਸ ਸਮੇਂ ਤੱਕ ਆਰਾਮ ਨਾਲ ਨਾ ਬੈਠਣ ਜਦ ਤੱਕ ਭਾਰਤ ਭੂਮੀ ਆਜ਼ਾਦ ਨਹੀਂ ਹੋ ਜਾਂਦੀ। ਸੁਭਾਸ਼ ਚੰਦਰ ਬੋਸ ਬਰਲਿਨ ਕਿਵੇਂ ਪਹੁੰਚੇ? ਉਹ ਆਪਣੇ ਜੱਦੀ ਘਰ 38 ਐਲਗਨ ਰੋਡ ਕੋਲਕਾਤਾ ਤੋਂ ਪੁਲਿਸ ਦੀ ਸਖਤ ਨਜ਼ਰਬੰਦੀ ਚੋਂ ਨਿਕਲ ਕੇ ਬਰਲਿਨ ਪਹੁੰਚੇ। ਅਗਲਾ ਹੈ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਯਾਦ ਨੂੰ ਕਿਵੇਂ ਸਾਂਭਿਆ ਹੋਇਆ ਹੈ? ਇਸ ਦਾ ਉੱਤਰ ਹੈ, ਕੋਲਕਾਤਾ ਵਿੱਚ ਨੇਤਾ ਜੀ ਦੇ ਜੱਦੀ ਘਰ ਨੂੰ ਨੇਤਾ ਜੀ ਰਿਸਰਚ ਇੰਸਟੀਚਿਊਟ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਇੱਥੇ ਉਹਨਾਂ ਵੱਲੋਂ ਵਰਤੀ ਗਈ ਹਰ ਛੋਟੀ ਵੱਡੀ ਚੀਜ਼ ਬੜੀ ਚੰਗੀ ਤਰ੍ਹਾਂ ਸੰਭਾਲ ਕੇ ਰੱਖੀ ਗਈ ਹੈ। ਤੇ ਹੁਣ ਹੈ ਖਾਲੀ ਥਾਵਾਂ ਭਰੋ। ਉਸ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰ ਦਿੱਤੀ। ਬਰਲਿਨ ਤੋਂ ਜਾਪਾਨੀ ਪਣਡੁੱਬੀ ਦੁਆਰਾ ਨੇਤਾ ਜੀ ਸਿੰਗਾਪੁਰ ਪਹੁੰਚੇ। ਤਾਈਹੋਕੂ ਹਵਾਈ ਅੱਡੇ ਤੋਂ ਹਵਾਈ ਜਹਾਜ਼ ਦੇ ਉਡਾਨ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗ ਗਈ। ਨੇਤਾ ਜੀ ਦਾ ਜੱਦੀ ਘਰ ਕੋਲਕਾਤਾ ਵਿਖੇ ਹੈ। ਨੇਤਾ ਜੀ ਨੇ ਇੰਡੀਅਨ ਸਿਵਲ ਸਰਵਿਸਿਜ਼ ਦਾ ਇਮਤਿਹਾਨ ਪਾਸ ਕੀਤਾ। ਤੇ ਇਸ ਤੋਂ ਬਾਅਦ ਹੈ, ਹੇਠ ਦਿੱਤੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ। ਸੁਤੰਤਰਤਾ ਪੰਜਾਬੀ ਵਿੱਚ, ਹਿੰਦੀ ਵਿੱਚ ਸੁਤੰਤਰਤਾ, ਅੰਗਰੇਜ਼ੀ ਵਿੱਚ ਫਰੀडम। ਅੱਗ, ਆਗ, ਫਾਇਰ। ਕੁਰਬਾਨੀ, ਬਲੀਦਾਨ, ਸੈਕਰੀਫਾइस। दिलचस्प, रोचक, इंटरेस्टिंग। ਭਾਰਤ, ਭਾਰਤ, ਇੰਡੀਆ। ਤੇ ਇਸ ਤੋਂ ਬਾਅਦ ਹੈ ਵਾਕਾਂ ਵਿੱਚ ਵਰਤੋ। ਸਭ ਤੋਂ ਪਹਿਲਾਂ ਸੂਰਬੀਰ। ਤੇ ਇਸ ਦਾ ਵਾਕ ਹੈ, ਸਾਡੇ ਫੌਜੀ ਸੂਰਬੀਰ ਹਨ। ਸੂਰਬੀਰ ਹੁੰਦਾ ਵੀਰ ਯੋਧੇ। ਪ੍ਰੇਰਨਾ ਸਰੋਤ, ਪ੍ਰੇਰਨਾ ਸਰੋਤ ਹੁੰਦਾ ਜਿਸ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ। ਅਧਿਆਪਕ ਬੱਚਿਆਂ ਲਈ ਪ੍ਰੇਰਨਾ ਸਰੋਤ ਹੁੰਦੇ ਹਨ। ਵੰਗਾਰ, ਵੰਗਾਰ ਹੁੰਦਾ ਲਲਕਾਰ ਜਾਂ ਚੈਲੰਜ। ਸੁਭਾਸ਼ ਚੰਦਰ ਬੋਸ ਨੇ ਨੌਜਵਾਨਾਂ ਨੂੰ ਵੰਗਾਰ ਦਿੱਤੀ। ਸਿਰੇ ਨਾ ਚੜਨਾ ਮੀਨਸ ਕਿ ਕੰਮ ਨਾ ਬਣਨਾ। ਰੋਹਨ ਨੇ ਸਾਈਕਲ ਸਿੱਖਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਦਾ ਕੰਮ ਹਾਲੇ ਤੱਕ ਸਿਰੇ ਨਹੀਂ ਚੜਿਆ। ਜਥੇਬੰਦ, ਜਥੇਬੰਦ ਹੁੰਦਾ ਮਿਲਦੇ ਰਹਿਣ ਵਾਲੇ ਜਾਂ ਸੰਗਠਿਤ ਲੋਕ। ਸੁਭਾਸ਼ ਚੰਦਰ ਬੋਸ ਨੇ ਇੰਡੀਅਨ ਨੈਸ਼ਨਲ ਆਰਮੀ ਨੂੰ ਆਜ਼ਾਦ ਹਿੰਦ ਫੌਜ ਦੇ ਨਾਂ ਥੱਲੇ ਮੁੜ ਜਥੇਬੰਦ ਕੀਤਾ। ਮੀਨਸ ਕਿ ਉਹਨੂੰ ਇੱਕ ਸੰਗਠਨ ਬਣਾਇਆ। ਤੇ ਇਸ ਤੋਂ ਬਾਅਦ ਹੈ, ਹੇਠ ਲਿਖੇ ਵਾਕਾਂ ਵਿੱਚ ਪੜਨਾਂਵ ਚੁਣੋ। ਤੇ ਪੜਨਾਂਵ ਕੀ ਹੁੰਦਾ? ਜਿਹੜੇ ਸ਼ਬਦ ਨਾਂਵ ਦੀ ਥਾਂ ਵਰਤੇ ਜਾਣ ਉਸਨੂੰ ਪੜਨਾਂਵ ਕਿਹਾ ਜਾਂਦਾ। ਤੇ ਪਹਿਲਾ ਵਾਕ ਹੈ, ਉਸ ਨੂੰ ਅਨੇਕਾਂ ਵਾਰ ਕੈਦ ਕੀਤਾ ਗਿਆ। ਤੇ ਇਸ ਵਿੱਚ ਪੜਨਾਂਵ ਹੈ ਉਹ ਹੈ ਉਸ। 2 ਵਾਰ ਉਹ ਕਾਂਗਰਸ ਦਾ ਪ੍ਰਧਾਨ ਵੀ ਚੁਣਿਆ ਗਿਆ। ਇਸ ਵਿੱਚ ਪੜਨਾਂਵ ਹੈ ਉਹ। ਉਹ ਆਪਣੇ ਆਪ ਵਿੱਚ ਬੜੀ ਦਿਲਚਸਪ ਘਟਨਾ ਹੈ। ਇਸ ਵਿੱਚ ਪੜਨਾਂਵ ਹੈ ਉਹ। ਉਸ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰ ਦਿੱਤੀ। ਇਸ ਵਿੱਚ ਪੜਨਾਂਵ ਹੈ ਉਸ। ਉਚੇਰੀ ਸਿੱਖਿਆ ਲਈ ਉਹ 1919 ਈਸਵੀ ਵਿੱਚ ਇੰਗਲੈਂਡ ਚਲਾ ਗਿਆ। ਤੇ ਇਸ ਵਿੱਚ ਪੜਨਾਂਵ ਹੈ ਉਹ।